ਤੇ ਸਾਡਾ ਜ਼ਮੀਨੀ ਝਗੜਾ ਸੀਗਾ, ਜਿਹੜੀ ਕਰਕੇ ਸਾਨੂੰ ਬਾਪੂ ਨੇ ਜ਼ਮੀਨ ਵਸੀਅਤ ਬਣਾਈ ਸੀ ਪੱਕੀ ਵੀ ਸਾਰਿਆਂ ਦੇ ਨਾਂ ਚੜ੍ਹਨੀ ਚਾਹੀਦੀ ਆ। ਇਹਨਾਂ ਨੇ ਜਾਲੀ ਵਸੀਅਤ ਬਣਾ ਕੇ ਆਪਣੇ ਨਾਂ ਕਰਾ ਲਈ ਜ਼ਮੀਨ। ਮੇਰੀ ਪਤਨੀ ਨੇ ਤੇ ਮੇਰੇ ਪੁੱਤਰ ਨੇ ਸੁਸਾਈਡ ਕਰ ਲਿਆ, ਪਤਾ ਨਹੀਂ ਮਾਰ ਦਿੱਤਾ ਗਿਆ ਤਾਂ ਕੋਈ ਪਤਾ ਨਹੀਂ ਲੱਗਿਆ ਜੀ। ਇਹਨਾਂ ਦਾ ਬੇਟਾ ਤੇ ਇਹਨਾਂ ਦੀ ਮੈਸੇਜ ਡਿਪਰੈਸ਼ਨ 'ਚ ਆ ਗਏ ਤੇ ਬੇਟਾ ਤਾਂ ਇਹਨਾਂ ਨੇ ਬਾਹਰ ਕੈਨੇਡਾ ਲਈ ਭੇਜਿਆ ਸੀਗਾ ਪੜ੍ਹਾਈ ਕਰਾ ਕੇ। ਪਤਨੀ ਦਾ ਗਲਾ ਦਾ ਪਤਾ ਇਹਨਾਂ ਨੇ ਤੇ ਮੁੰਡੇ ਨੂੰ ਵੀ ਧੱਕੇ ਮਾਰ ਕੇ ਬਾਹਰੋਂ ਕੱਢਤਾ। ਉਹ ਜਦ ਤੋਂ ਡਿਪਰੈਸ਼ਨ 'ਚ ਰਹਿਣ ਲੱਗ ਗਏ, ਤੰਗ ਹੋ ਗਏ। ਉਹ ਕਹੀ ਜਾਂਦੇ ਸੀ ਹੁਣ ਤਾਂ ਆਪਾਂ ਨੂੰ ਪੱਟਦਾ, ਆਪਣਾ ਕੋਈ ਫਾਇਦਾ ਨਹੀਂ ਉਰੇ ਜਿਉਣ ਦਾ, ਆਪਾਂ ਮਰ ਜਾਂਦੇ ਆ। ਤਾਂ ਉਹਨਾਂ ਨੇ ਜਾਲੀ ਵਸੀਅਤ ਬਣਾ ਕੇ ਜ਼ਮੀਨ ਆਪਣੇ ਨਾਮ ਕਰਵਾ ਲਈ। ਬੇਟਾ ਵੀ ਉਹ ਚੀਜ਼ ਦਾ ਡਿਪਰੈਸ਼ਨ ਜ਼ਿਆਦਾ ਲੈ ਗਿਆ। ਇਹ ਚੱਕਰ ਹੋਣ ਨਾਲ ਭਾਖੜਾ ਨਹਿਰ ਸਰਹੰਦ ਸੁਸਾਈਡ ਕੀਤਾ ਜੀ। ਉਦੋਂ ਪਤਾ ਨਹੀਂ ਵੀ ਪਹਿਲਾਂ ਕਿਹਨੇ ਮਾਰੀ ਆ ਪਿੱਛੋਂ, ਬਸ ਸਕੂਟਰੀ ਮਿਲ ਗਈ ਸਾਨੂੰ। ਕਿਹੜੀ ਜਗ੍ਹਾ ਮਾਰੀ, ਕਿਹੜੀ ਜਗ੍ਹਾ? ਸਰਹੰਦ ਨਹਿਰ 'ਚ। ਅਸੀਂ ਜੀ ਫਿਰ ਆਪ ਵੀ ਸੁਸਾਈਡ ਕਰ ਲਾਂਗੇ, ਹੋਰ ਕੀ ਹੋਊ। ਜੇ ਨਹੀਂ ਸਾਨੂੰ ਜੇ ਇਨਸਾਫ ਹੀ ਨਾ ਮਿਲਿਆ ਫਿਰ ਇਹੋ ਜਿਹੇ ਕਾਨੂੰਨਾਂ ਤੋਂ ਕੀ ਕਰਾਉਣਾ ਹੈ। ਆਪ ਵੀ ਅਸੀਂ ਸੁਸਾਈਡ ਕਰਕੇ ਆਪਣਾ ਮਰ ਜਾਵਾਂਗੇ। ਇੰਨੀ ਵਿਵਾਦ ਨੂੰ ਲੈ ਕੇ ਤੇ ਬੇਟਾ ਇੱਕ ਦੋ ਵਾਰ ਘਰ ਵੀ ਗਿਆ ਜੀ ਤੇ ਉਹਦੇ ਨਾਲ ਸਾਰੇ ਘਰੇਲੂ ਮੈਂਬਰਾਂ ਨੇ ਸਾਰਿਆਂ ਨੇ ਕੁੱਟਮਾਰ ਕਰਕੇ ਜਲੀਲ ਕਰਕੇ ਉਹਨੂੰ ਘਰੋਂ ਕੱਢਿਆ ਤੇ ਕੁਝ ਉਹਦਾ ਵੀ ਟੈਨਸ਼ਨ ਕਰ ਗਿਆ ਜੀ। ਕੀ ਨਾਮ ਹੈ ਆਪਣਾ? ਮੇਰਾ ਨਾਮ ਮਨਜੀਤ ਸਿੰਘ ਹੈ ਜੀ। ਜੀ ਇੱਥੇ ਐਸਐਸਪੀ ਆਫਿਸ ਆਏ ਹੋ, ਕੀ ਸੀ ਆਪਣਾ ਮਾਮਲਾ? ਮੇਰੀ ਪਤਨੀ ਨੇ ਤੇ ਮੇਰੇ ਪੁੱਤਰ ਨੇ ਸੁਸਾਈਡ ਕਰ ਲਿਆ, ਪਤਾ ਨਹੀਂ ਮਾਰ ਦਿੱਤਾ ਗਿਆ ਤਾਂ ਕੋਈ ਪਤਾ ਨਹੀਂ ਲੱਗਿਆ ਜੀ। ਤੇ ਸਾਡਾ ਜ਼ਮੀਨੀ ਝਗੜਾ ਸੀਗਾ, ਜਿਹੜੀ ਕਰਕੇ ਸਾਨੂੰ ਬਾਪੂ ਨੇ ਜ਼ਮੀਨ ਵਸੀਅਤ ਬਣਾਈ ਸੀ ਪੱਕੀ ਵੀ ਸਾਰਿਆਂ ਦੇ ਨਾਂ ਚੜ੍ਹਨੀ ਚਾਹੀਦੀ ਆ। ਇਹਨਾਂ ਨੇ ਜਾਲੀ ਵਸੀਅਤ ਬਣਾ ਕੇ ਆਪਣੇ ਨਾਂ ਕਰਾ ਲਈ ਜ਼ਮੀਨ। ਉਹ ਤੋਂ ਜਦ ਤੋਂ ਉਹਨਾਂ ਨੂੰ ਮੇਰੇ ਬੇਟੇ ਯਾਰ ਪਤਨੀ ਨੂੰ ਪਤਾ ਲੱਗਿਆ, ਉਹ ਜਦ ਤੋਂ ਡਿਪਰੈਸ਼ਨ 'ਚ ਰਹਿਣ ਲੱਗ ਗਏ, ਤੰਗ ਹੋ ਗਏ। ਉਹ ਕਹੀ ਜਾਂਦੇ ਸੀ ਹੁਣ ਤਾਂ ਆਪਾਂ ਨੂੰ ਪੱਟਦਾ, ਆਪਣਾ ਕੋਈ ਫਾਇਦਾ ਨਹੀਂ ਉਰੇ ਜਿਉਣ ਦਾ, ਆਪਾਂ ਮਰ ਜਾਂਦੇ ਆ। ਅਜੇ ਜੀ ਐਸਐਸਪੀ ਸਾਹਿਬ ਕੋ ਆਏ ਸੀਗੇ, ਉਹਨਾਂ ਨੇ ਇਨਕੁਆਇਰੀ ਕਹਿੰਦੇ ਵੀ ਸਾਨੂੰ ਭਰੋਸਾ ਦਿਵਾਇਆ ਵੀ ਕਾਰਵਾਈ ਹੋਊਗੀ। ਕਿਹੜੀ ਜ਼ਮੀਨ ਸੀ ਸਰ ਜਿਹਦੇ ਤੁਸੀਂ ਇਹ ਗੱਲ ਕਰ ਰਹੇ ਹੋ? ਹਾਂਜੀ, ਕਿੱਥੇ ਦੀ ਜ਼ਮੀਨ ਹੈਗੀ ਆ ਜਿਹਦੀ ਗੱਲ ਕਰ ਰਹੇ, ਜਿਸ ਕਾਰਨ ਇਹਨੂੰ ਸੁਸਾਈਡ ਕਰਨੀ ਪਈ ਹੈ? ਜ਼ਮੀਨ ਜੀ ਸਲੌਦੀ 'ਚ ਥੋੜੀ ਨੌ ਲੜੀ ਪੈਂਦੀ ਹੈ ਜੀ। ਹਾਂਜੀ। ਕੌਣ ਸੀ ਬੰਦੇ ਉਹ ਜਿਹਨੇ ਜ਼ਮੀਨ ਹੈਗੀ ਹੈ? ਜ਼ਮੀਨ ਜੀ ਮੇਰੇ ਫਾਦਰ ਦੀ ਸੀਗੀ। ਉਹ ਮੇਰੇ ਭਾਈ ਉਹਦੀ ਇੱਕ ਛੋਟਾ ਸੀ ਇੱਕ ਬੜਾ ਸੀਗਾ। ਬਾਕੀ ਹੋਰ ਵੀ ਨੇ ਇਹਦੇ ਵਿੱਚ ਇਨਵੋਲਵ, ਜਿਨ੍ਹਾਂ ਨੇ ਸਾਨੂੰ ਬਹੁਤ ਦੇਰ ਤੋਂ ਤੰਗ ਕਰਦੇ ਆ ਰਹੇ ਨੇ। ਕੌਣ ਸੀ ਉਹ ਬੰਦੇ ਸਰ? ਉਹੀ ਜਿਵੇਂ ਇੱਕ ਦੋ ਰਿਸ਼ਤੇਦਾਰ ਨੇ ਜੀ, ਤੇ ਹੈਗੇ ਨੇ ਜਿਹੜੇ ਇੱਕ ਮੁੰਡਾ ਹੋਰ ਆਈ, ਉਹ ਵੀ ਕਾਫੀ ਇਹਨਾਂ ਨਾਲ ਰਲ ਕੇ ਸਾਨੂੰ ਤੰਗ ਕਰਦਾ ਸੀ, ਧਮਕੀਆਂ ਵੀ ਦਿੰਦੇ ਸੀਗੇ। ਕਿਸ ਗੱਲ ਤੋਂ ਧਮਕੀਆਂ ਦੇ ਰਹੇ? ਕਿਹੜੀ ਗੱਲ ਕੀ ਜ਼ਮੀਨ? ਆਹੀ ਬਈ ਜ਼ਮੀਨ ਵੀ ਸਾਡੇ ਨਾਲ ਅਸੀਂ ਚੜ੍ਹਾ ਲਈ, ਅਸੀਂ ਤੁਹਾਨੂੰ ਦੇਣੀ ਨਹੀਂ ਹੈਗੀ ਜ਼ਮੀਨ। ਕੋਈ ਵਸੀਅਤ ਵਗੈਰਾ ਵੀ ਹੋਈ ਸੀ? ਕੋਈ ਵਸੀਅਤ ਹੋਈ ਸੀਗੀ, ਉਹ ਤੋਂ ਅਸੀਂ ਇੱਕ ਵਾਰ ਪਿੰਡ ਵੀ ਜਾਂਦੇ ਆਉਂਦੇ ਰਹਿੰਦੇ ਸੀਗੇ। ਤੇ ਮੇਰੀ ਪਤਨੀ ਦਾ ਗਲਾ ਦਾ ਪਤਾ ਇਹਨਾਂ ਨੇ ਤੇ ਮੁੰਡੇ ਨੂੰ ਵੀ ਧੱਕੇ ਮਾਰ ਕੇ ਬਾਹਰੋਂ ਕੱਢਤਾ। ਉਸ ਤੋਂ ਬਾਅਦ ਇਹ ਤੰਗ ਹੋ ਕੇ ਕਹਿੰਦੇ ਵੀ ਅਸੀਂ ਹੁਣ ਇਹੋ ਜਿਹੇ ਜਿਉਣ ਦਾ ਕੋਈ ਫਾਇਦਾ ਨਹੀਂ ਹੈਗਾ। ਹੁਣ ਤੁਸੀਂ ਕਿੱਥੇ ਰਹਿ ਰਹੇ ਹੋ? ਹੁਣ ਜੀ ਅਸੀਂ ਕਿਰਾਏ ਦੇ ਮਕਾਨ 'ਚ ਖੰਨੇ ਰਹਿ ਰਹੇ ਹਾਂ। ਹੁਣ ਤੁਹਾਡੇ ਨਾਲ ਹੋਰ ਕੌਣ ਹੈ? ਹੋਰ ਜੀ ਮੇਰਾ ਬਸ ਕੁੜੀ ਹੈ, ਇੱਕ ਜੀ ਬੇਟੀ ਹੈ। ਜਿਹੜਾ ਬੇਟਾ ਸੀ ਤੁਹਾਡਾ, ਹਾਂਜੀ। ਉਹ ਕੀ ਕਰਦਾ ਸੀ? ਮਤਲਬ ਕੋਈ ਕੰਮ ਵਗੈਰਾ ਕਰਦੇ, ਮੈਰਿਡ ਸੀ, ਕੀ ਸੀ? ਨਾ ਜੀ ਅਨਮੈਰਿਡ ਸੀਗਾ, ਜੇ BBA ਕਰਦਾ ਸੀਗਾ ਜੀ। ਹਾਂਜੀ। ਤੇ ਹੁਣ ਜਿਹੜਾ ਮਸਲਾ ਹੈਗਾ ਜੋ ਐਸਐਸਪੀ ਨੂੰ ਲੈ ਕੇ, ਐਸਐਸਪੀ ਨੇ ਕੀ ਸਵਾਲ ਦਿੱਤਾ ਹੈ? ਉਹਨਾਂ ਨੇ ਭਰੋਸਾ ਦਿਵਾਇਆ ਜੀ ਵੀ ਕਾਰਵਾਈ ਹੋਊਗੀ ਜੋ ਵੀ ਬਣਦੀ ਦੋਸ਼ੀਆਂ ਦੇ ਖਿਲਾਫ। ਹਾਂਜੀ। ਇਹਦੇ ਵਿੱਚ ਦੋ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਵੀ ਦਰਜ ਹੋਇਆ ਸੀ 2 ਦੇ ਵਿੱਚ 306 ਦਾ। ਹਾਂਜੀ। ਉਹ ਬੰਦੇ ਕੌਣ ਸੀਗੇ? ਉਹ ਵੀ ਉਹੀ ਸੀਗੇ, ਭਰਾ ਇੱਕ ਬੜਾ ਸੀਗਾ ਕਿ ਛੋਟਾ, ਜਿਹਦੇ ਵਿੱਚ ਹੋਰ ਵੀ ਇਨਵੋਲਵ ਨੇ ਜੀ, ਉਹ ਵੀ ਅਜੇ ਬਾਕੀ ਨਹੀਂ। ਉਹ ਕੌਣ ਸੀ ਜਿਹੜੇ ਬੰਦੇ ਦੀ ਗੱਲ ਕਰ ਰਹੇ? 2 ਬੰਦੇ ਹੋਰ ਕਿਹੜੇ ਆ? ਉਹ 2 ਨਹੀਂ ਜੀ, ਹੋਰ ਨੇ, ਜ਼ਿਆਦਾ ਨਹੀਂ। ਕਿੰਨੇ ਕੁ ਬੰਦੇ ਹੈਗੇ? ਹਜੇ 13-14 ਜਾਣੇ ਨਹੀਂ ਇਹਦੇ ਵਿੱਚ, ਜਿਹੜਾ ਸਾਨੂੰ ਸ਼ੁਰੂ ਤੋਂ ਤੰਗ ਕਰਦੇ ਆ ਰਹੇ ਨੇ। ਅੱਛਾ, ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਪਤਨੀ ਨੇ, ਤੁਹਾਡੇ ਬੇਟੇ ਨੇ ਜਿਹੜੀ ਸੁਸਾਈਡ ਕੀਤੀ ਆ, ਇਸੇ ਗੱਲ ਨੂੰ ਲੈ ਕੇ ਕੀਤੀ ਹੈਗੀ ਆ? ਉਸੇ ਗੱਲ ਨੂੰ ਲੈ ਕੇ ਕੀਤੀ ਹੈ ਜੀ, ਕਿਉਂਕਿ ਮੈਨੂੰ ਵੀ ਕਹਿੰਦੇ ਹੁੰਦੇ ਸੀ ਵੀ ਆਪਾਂ ਸਾਰੇ ਮਰ ਜਾਂਦੇ ਆ, ਵੀ ਆਪਣਾ ਹੁਣ ਜਿਉਣ ਦਾ ਕੋਈ ਫਾਇਦਾ ਨਹੀਂ, ਨਾ ਆਪਣੇ ਕੋਲ ਮਕਾਨ ਰਹਿ ਗਿਆ, ਨਾ ਜ਼ਮੀਨ ਰਹਿ ਗਈ, ਸਾਰਾ ਇਹਨਾਂ ਨੇ ਆਪਣੇ ਨਾਂ ਕਰਾ ਲਿਆ ਜੀ, ਵੀ ਆਪਾਂ ਨੂੰ ਹੁਣ ਕੁਝ ਨਹੀਂ ਬਣਨਾ ਆਪਣਾ। ਐਵੇਂ ਦਿਲ ਛੱਡ ਰਹੇ ਸੀ ਅੱਜ। ਬੇਟਾ ਤੁਹਾਡਾ ਬਾਹਰ ਵੀ ਸਟੱਡੀ ਕਰਕੇ ਆਇਆ ਕਿਤੇ? ਇੱਕ ਵਾਰ ਬਾਹਰ ਭੇਜਿਆ ਸੀਗਾ ਜੀ, ਉੱਧਰੋਂ ਵੀ ਫਿਰ ਵਾਪਸ ਆ ਗਿਆ ਸੀਗਾ ਜੀ। ਕਿਹੜੇ ਦੇਸ਼ 'ਚ ਗਿਆ ਸੀ? ਕੈਨੇਡਾ ਗਿਆ ਸੀਗਾ ਜੀ। ਕਿੰਨੀ ਦੇਰ ਲਾ ਕੇ ਉੱਥੇ ਕੈਨੇਡਾ 'ਚ? ਉੱਥੇ ਹੀ 15-20 ਦਿਨ ਰਿਹਾ ਜੀ। 15-20 ਦਿਨ ਕੈਨੇਡਾ ਤੋਂ ਵਾਪਸ ਆ ਪਾਇਆ? ਵਾਪਸ, ਹਾਂਜੀ। ਉੱਥੋਂ ਹੀ ਆਹੀ ਡਿਪਰੈਸ਼ਨ ਜੀ ਸੀਗਾ ਜੀ, ਥੋੜ੍ਹਾ ਜਿਹਾ ਟੈਨਸ਼ਨ ਲੈ ਜਾਂਦਾ ਸੀਗਾ।
ਹੁਣ ਜਿਹੜਾ ਉਹਨਾਂ ਨੇ ਸੁਸਾਇਡ ਕੀਤੇ ਆ ਉੱਥੇ ਕੋਈ ਸੁਸਾਇਡ ਨੋਟ ਵਗੈਰਾ ਛੱਡ ਕੇ ਗਏ ਆ? ਕੋਈ ਹਜੇ ਤੱਕ ਤਾਂ ਜੀ ਕੋਈ ਨਹੀਂ ਮਿਲਿਆ ਹੈਗਾ। ਸਾਰਾ ਦੇਖ ਲਿਆ ਘਰੇ, ਹੋ ਸਕਦਾ ਕਿਤੇ ਕਿਤੇ ਵੈਸੇ ਤਾਂ ਜੀ ਦੇਖਿਆ ਕਾਫੀ ਮਿਲਿਆ, ਹਜੇ ਤੱਕ ਕੁਝ ਨਹੀਂ। ਜਿਹੜਾ ਰੋਲਾ ਸੀ ਇਹ ਤੁਹਾਡੇ ਭਾਈ ਨਾਲ ਰੋਲਾ ਸੀ ਭਾਈ ਜ਼ਮੀਨ ਲੈ ਕੇ? ਹਾਂਜੀ ਹਾਂਜੀ, ਮਤਲਬ ਜਿਹੜੀ ਜ਼ਮੀਨ ਆ ਉਹ ਤੁਹਾਨੂੰ ਨਹੀਂ ਦੇਣਾ ਚਾਹੁੰਦੇ? ਨਹੀਂ ਦੇਣਾ ਚਾਹੁੰਦੀ। ਹਾਂਜੀ, ਤੇ ਹੁਣ ਪੁਲਿਸ ਨੇ ਕੀ ਕਹਿੰਦੇ ਆ, ਐਸਐਸਪੀ ਜਿਹੜੀ ਹੈਗੀ ਹੈ ਕਾਰਵਾਈ ਬਣਦੀ ਕਾਰਵਾਈ ਕਹਿੰਦੇ ਨੇ ਕਰਾਂਗੇ ਜੀ ਦੋਸ਼ੀਆਂ ਨੂੰ। ਹਾਂਜੀ, ਜੇ ਕਾਰਵਾਈ ਨਹੀਂ ਹੁੰਦੀ ਫਿਰ ਨਾ ਤੁਹਾਡਾ ਸੰਘਰਸ਼ ਕੀ ਹੋਊਗਾ? ਅਸੀਂ ਜੀ ਫਿਰ ਆਪ ਵੀ ਸੁਸਾਇਡ ਕਰ ਲਾਂਗੇ, ਹੋਰ ਕੀ ਹੋਊ। ਜੇ ਨਹੀਂ ਸਾਨੂੰ ਜੇ ਇਨਸਾਫ ਹੀ ਨਾ ਮਿਲਿਆ ਫਿਰ ਇਹੋ ਜਿਹੇ ਕਾਨੂੰਨਾਂ ਤੋਂ ਕੀ ਕਰਾਉਣਾ ਹੈ। ਆਪ ਵੀ ਅਸੀਂ ਸੁਸਾਇਡ ਕਰਕੇ ਆਪਣਾ ਮਰ ਜਾਵਾਂਗੇ। ਸਾਡਾ ਸਾਰਾ ਕੁਝ ਤਾਂ ਬਰਬਾਦ ਹੋ ਗਿਆ ਜੀ, ਹੁਣ ਕੀ ਰਹਿ ਗਿਆ ਪਿੱਛੇ। ਇਹ ਮਸਲਾ ਹੈ ਕਿੰਨੀ ਤਰੀਕ ਦਾ ਸਰ? 29 ਤਰੀਕ ਦਾ ਜੀ। ਉਹਨਾਂ ਨੇ ਇਕੱਠੇ ਛਾਲ ਮਾਰੀ ਸੀ? ਹਾਂਜੀ, ਇਕੱਠਿਆਂ ਨੇ ਅਸੀਂ ਜਾ ਕੇ ਜਦ 10 ਵਜੇ ਉੱਤੇ ਗਏ ਜੀ, ਕਾਲ 2 ਸਕੂਟਰੀ ਖੜੀ ਸੀਗੀ ਤੇ ਉਦੋਂ ਪਤਾ ਨਹੀਂ ਵੀ ਪਹਿਲਾਂ ਕਿਹਨੇ ਮਾਰੀ ਆ ਪਿੱਛੋਂ, ਬਸ ਸਕੂਟਰੀ ਮਿਲ ਗਈ ਸਾਨੂੰ। ਕਿਹੜੀ ਜਗ੍ਹਾ ਮਾਰੀ, ਕਿਹੜੀ ਜਗ੍ਹਾ? ਸਰਹੰਦ ਨਹਿਰ 'ਚ ਜੀ। ਹਾਂਜੀ, ਫਿਰ ਪਤਨੀ ਦੀ ਲਾਸ਼ ਤਾਂ ਜੀ ਉੱਧਰੋਂ ਮਿਲੀ ਆਪਣੇ ਖਨੌਰੀ ਬਾਰਡਰ ਤੋਂ, ਤੇ ਬੇਟੇ ਦੀ ਮਿਲੀ ਆ ਪੈਂਦਾ ਮੜੌਲੀ। ਬੇਟੇ ਦੀ ਲਾਸ਼ ਕਦੋਂ ਮਿਲੀ ਹੈ? ਕੱਲ੍ਹ ਜੀ, ਕੱਲ੍ਹ ਆਪਣੇ 4 ਤਰੀਕ ਨੂੰ। ਉਹਨੂੰ ਸੰਸਕਾਰ ਵਗੈਰਾ ਕਰਤਾ ਬੇਟੇ ਦਾ? ਨਾ, ਬੇਟੇ ਦਾ ਸੰਸਕਾਰ ਨਹੀਂ ਕਰਿਆ ਜੀ। ਹਾਂਜੀ ਹਾਂਜੀ, ਜਿੰਨੀ ਦੇਰ ਇਨਸਾਫ ਨਹੀਂ ਮਿਲਦਾ। ਜਿਹੜੀ ਬੋਡੀ ਹੈ ਹੁਣ ਕਿੱਥੇ ਰੱਖੀ ਹੋਈ ਹੈ? ਬੋਡੀ ਸਰਕਾਰੀ ਹਸਪਤਾਲ 'ਚ ਪਈ ਹੈ ਜੀ। ਹਾਂਜੀ ਮਤਲਬ ਜੇ ਇਨਸਾਫ ਨਾ ਮਿਲਿਆ ਤਾਂ ਤੁਹਾਡਾ ਸੰਘਰਸ਼ ਇਹੀ ਹੋਊਗਾ ਕਿ ਆਪਾਂ? ਹਾਂਜੀ, ਆਪ ਵੀ ਸੁਸਾਇਡ ਕਰ ਲਾਂਗੇ। ਜੇ ਸਾਨੂੰ ਇਨਸਾਫ ਹੀ ਨਾ ਮਿਲਿਆ ਫਿਰ ਕੀ ਫਾਇਦਾ ਹੈ ਜੀ। ਕੀ ਨਾਮ ਹੈ ਆਪਣਾ? ਮੇਰਾ ਨਾਮ ਗਗਨਦੀਪ ਸਿੰਘ। ਗਗਨਦੀਪ ਜੀ, ਆਪਣਾ ਐਸਐਸਪੀ ਆਫਿਸ ਆਏ ਸੀ, ਕੀ ਸੀ ਮਾਮਲਾ, ਕੀ ਹੈ ਤੁਹਾਡਾ? ਤੇ ਮੇਰੇ ਨਾਲ ਸਾਡੂ ਸਾਹਿਬ ਨੇ ਸਲੌਦੀ ਤੋਂ ਮਨਜੀਤ ਸਿੰਘ, ਜੋ ਇਸ ਟਾਈਮ ਬਸੰਤ ਨਗਰ ਖੰਨਾ 'ਚ ਰਹਿ ਰਹੇ ਨੇ, ਗਊਸ਼ਾਲਾ ਰੋਡ ਤੇ ਇਹਨਾਂ ਦਾ ਪਹਿਲਾਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਆਪਣੇ ਭਰਾਵਾਂ ਨਾਲ, ਘਰੇਲੂ ਝਗੜਾ। ਉਹਨਾਂ ਨੇ ਜਾਲੀ ਵਸੀਅਤ ਬਣਾ ਕੇ ਜ਼ਮੀਨ ਆਪਣੇ ਨਾਮ ਕਰਵਾ ਲਈ ਹੈ ਤੇ ਉਹ ਚੱਕਰਾਂ ਦੇ ਕਾਰਨ ਇਹਨਾਂ ਦਾ ਬੇਟਾ ਤੇ ਇਹਨਾਂ ਦੀ ਮਿਸੇਜ ਡਿਪਰੈਸ਼ਨ 'ਚ ਆ ਗਏ ਤੇ ਬੇਟਾ ਤਾਂ ਇਹਨਾਂ ਨੇ ਬਾਹਰ ਕੈਨੇਡਾ ਲਈ ਭੇਜਿਆ ਸੀਗਾ ਪੜ੍ਹਾਈ ਕਰਾ ਕੇ, ਤੇ ਉਹ 20-25 ਦਿਨ ਬਾਅਦ ਜਾਣੀ ਉੱਥੋਂ ਵਾਪਸ ਆ ਗਿਆ। ਉੱਥੋਂ ਡਾਕਟਰਾਂ ਦੀ ਟੀਮ ਵੀ ਛੱਡ ਕੇ ਗਈ ਆ ਉਹਨੂੰ ਵਾਪਸ ਇੰਡੀਆ, ਘਰ ਤੱਕ ਡਾਕਟਰ ਆਏ ਨੇ ਛੱਡਣ ਉਹਨੂੰ ਜੀ। ਤੇ ਕੁਝ ਮਿਸੇਜ ਇਹਨਾਂ ਦੀ ਉਹ ਬੇਟੇ ਦੇ ਗਮ ਲਾ ਕੇ ਵੀ ਬੇਟਾ ਸਾਡਾ ਇੰਨੇ ਪੈਸੇ ਲਾ ਕੇ ਅਸੀਂ ਭੇਜਿਆ, ਕਿਉਂਕਿ ਜ਼ਮੀਨ ਘਰੋਂ ਤਾਂ ਕੋਈ ਇਹਨਾਂ ਨੂੰ ਮਾਲੀ ਮਦਦ ਹੈ ਨਹੀਂ ਸੀਗੀ, ਕੋਈ ਜ਼ਮੀਨ ਨਹੀਂ, ਕੋਈ ਕੁਛ ਨਹੀਂ ਸੀਗਾ। ਇਹ ਮਨਜੀਤ ਸਿੰਘ ਬਾਹਰ ਦੇ ਲੋ ਗੱਡੀ ਆਪਣੀ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਸੀਗੇ ਤੇ ਇੱਧਰੋਂ ਉੱਧਰੋਂ ਪੈਸੇ ਕਰਕੇ ਚਲੋ ਭੇਜਿਆ। ਉਹਦੇ ਵਾਪਸ ਆਉਣ ਦਾ ਕੁਛ ਡਿਪਰੈਸ਼ਨ ਲੈ ਗਈ ਮਦਰ ਉਹਦੀ, ਤੇ ਕੁਛ ਟਾਈਮ ਬਾਅਦ ਤਾਂ ਉਹਨਾਂ ਨੇ ਜਾਲੀ ਵਸੀਅਤ ਬਣਾ ਕੇ ਜ਼ਮੀਨ ਆਪਣੇ ਨਾਮ ਕਰਵਾ ਲਈ। ਬੇਟਾ ਵੀ ਉਹ ਚੀਜ਼ ਦਾ ਡਿਪਰੈਸ਼ਨ ਜ਼ਿਆਦਾ ਲੈ ਗਿਆ। ਇਹ ਚੱਕਰ 'ਚ ਹੋਣ ਨਾਲ 29 ਤਰੀਕ ਨੂੰ ਉਹਨਾਂ ਨੇ ਭਾਖੜਾ ਨਹਿਰ ਸਰਹੰਦ ਸੁਸਾਈਡ ਕੀਤਾ ਜੀ। ਮਤਲਬ ਜਿਹੜਾ ਕਾਰਨ ਹੈ ਜੋ ਸੁਸਾਇਡ ਕਰਨ ਦਾ, ਇਹ ਜ਼ਮੀਨੀ ਵਿਵਾਦ ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ, ਤੇ ਬੇਟਾ 1-2 ਵਾਰ ਘਰ ਵੀ ਗਿਆ ਜੀ, ਤੇ ਉਹਦੇ ਨਾਲ ਸਾਰੇ ਘਰੇਲੂ ਮੈਂਬਰਾਂ ਨੇ ਸਾਰਿਆਂ ਨੇ ਕੁੱਟਮਾਰ ਕਰਕੇ ਜਲੀਲ ਕਰਕੇ ਉਹਨੂੰ ਘਰੋਂ ਕੱਢਿਆ, ਤੇ ਕੁਛ ਉਹਦਾ ਵੀ ਟੈਨਸ਼ਨ ਕਰ ਗਿਆ ਜੀ। ਉਹਦੇ ਖਿਲਾਫ ਕੋਈ ਪਹਿਲਾਂ ਦਰਖਾਸਤ ਕੋਈ ਦਿੱਤੀ ਸੀ ਥਾਣੇ ਕੋਈ? ਉਹ ਨਹੀਂ ਜੀ, ਉਹਦੇ ਖਿਲਾਫ ਪਹਿਲਾਂ ਕੋਈ ਨਹੀਂ ਸੀਗੀ। ਚਲੋ ਉਹ ਤਾਂ ਘਰੇ ਜਾਂਦਾ ਸੀਗਾ, ਦਾਦੀ ਨੂੰ ਵੀ ਐਂ ਸੀ ਵੀ ਚੱਲ ਮੈਂ ਘਰ 'ਚ ਮੈਂ ਮਿੱਠ ਪਿਆਰ ਨਾਲ ਹੋ ਕੇ ਆਪਣਾ ਹਿੱਸਾ ਲੈ ਲਵਾਂ, ਹੈ ਨਾ ਜੀ। ਤੇ ਉਹ ਤਾਂ ਉਹਦੇ ਮਨ 'ਚ ਨਹੀਂ ਸੀਗਾ ਵੀ ਮੈਂ ਉਹਨਾਂ 'ਤੇ ਰਿਪੋਰਟ ਕਰਾਉਣੀ। ਚਲੋ ਹੁਣ ਉਹ ਜਾਣੀ ਜ਼ਿਆਦਾ ਇੰਨੀ ਕੁ ਟੈਨਸ਼ਨ ਲੈ ਗਿਆ, ਤੇ ਉਹਨੂੰ ਇਹ ਸੀਗਾ ਵੀ ਮੈਨੂੰ ਹੁਣ ਦੁਬਾਰਾ ਬਾਹਰ ਭੇਜਣਗੇ ਪਤਾ ਨਹੀਂ ਤਾਂ ਇਹ ਚੱਕਰਾਂ ਦੇ ਕਾਰਨ ਉਹਨਾਂ ਨੇ ਦੇਖ ਲਓ ਸੁਸਾਇਡ ਕੀਤੀ ਆ। ਮਤਲਬ ਕਾਰਨ ਜਿਹੜਾ ਹੈਗਾ ਸੁਸਾਇਡ ਦਾ, ਮੈਂ ਜ਼ਮੀਨੀ ਲੈ ਕੇ ਸੁਸਾਇਡ ਕੀਤਾ ਹੈ? ਹਾਂਜੀ। ਤੇ ਹੁਣ ਤੁਸੀਂ ਤੇ ਐਸਐਸਪੀ ਵੀ ਨਹੀਂ ਮਿਲੇ ਇੱਥੇ ਆਫਿਸ? ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਆ ਜੀ। ਅਸੀਂ ਪਹਿਲਾਂ 2 ਮੈਂਬਰਾਂ 'ਤੇ ਹੀ ਪਰਚਾ ਕੀਤਾ ਸੀਗਾ, ਤੇ ਹੁਣ ਅਸੀਂ ਜਿਹੜੇ ਕੁਝ ਹੋਰ ਇਨਵੋਲਵ ਨੇ ਮੈਂਬਰ ਉਹਨਾਂ ਦੇ ਨਾਮ ਦਿੱਤੇ ਆ ਜੀ। ਐਸਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਕਾਰਵਾਈ ਤੁਹਾਡੇ ਹੱਕ 'ਚ ਹੋਊਗੀ, ਵੀ ਅਸੀਂ ਫੜਾਂਗੇ ਮੁਲਜ਼ਮਾਂ ਨੂੰ। ਉਹਨਾਂ ਨੇ ਡੀਐਸਪੀ ਰਾਜਨ ਪਰਮਿੰਦਰ ਜੀ ਨੂੰ ਮਾਰਕ ਕਰਤੀ ਐਪਲੀਕੇਸ਼ਨ, ਤੇ ਅਸੀਂ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਉਹਨਾਂ ਨੇ ਵੀ ਸਾਨੂੰ ਇਹੀ ਭਰੋਸਾ ਦਿੱਤਾ। ਤੇ ਜਿਹੜੀ ਹੁਣ ਡੈੱਡ ਬੋਡੀ ਹੈਗੀ ਆ ਉਹ ਕਿੱਥੇ ਹੈਗੀ ਹੈ? ਉਹ ਸਿਵਲ ਹਸਪੀਟਲ ਮੋਰਚਰੀ ਪਈ ਆ ਜੀ। ਉਹਨੂੰ ਸੰਸਕਾਰ ਵਗੈਰਾ ਕਰ ਦੂੰ? ਨਹੀਂ, ਹਜੇ ਅਸੀਂ ਦੇਖੋ ਜੀ, ਅਸੀਂ ਕੱਲ੍ਹ ਤੱਕ ਇਹ ਵੇਟ ਕਰਾਂਗੇ ਵੀ ਕਿਸੇ ਨੂੰ ਅਰੈਸਟ ਕਰਦੇ ਆ ਰੇਡ ਕਰਕੇ ਪੁਲਿਸ। ਅਦਰਵਾਈਜ਼ ਜੇ ਉਹਨਾਂ ਨੇ ਨਹੀਂ ਕੋਈ ਅਰੈਸਟ ਕਰਦੇ ਹੈਗੇ ਤਾਂ ਅਸੀਂ ਕੱਲ੍ਹ ਨੂੰ ਪੋਸਟਮਾਰਟਮ ਕਰਾ ਕੇ ਅਸੀਂ ਕੱਲ੍ਹ ਨੂੰ ਪ੍ਰੋਟੈਸਟ ਕਰਾਂਗੇ ਰੋਡ ਤੇ ਬੋਡੀ ਰੱਖ ਕੇ ਜੀ। ਕਿੰਨੇ ਕੁ ਬੰਦੇ ਹੋਰ ਇਨਵੋਲਵ ਹੈਗੇ ਤੁਹਾਡੇ ਹਿਸਾਬ ਨਾਲ? ਘੱਟੋ 2 ਜਾਣਿਆਂ ਤੋਂ ਬਿਨਾਂ 12 ਜਾਣੇ ਹੋਰ ਨੇ ਜੀ। ਅੱਛਾ, ਹਾਂਜੀ 12 ਜਿਹੜੇ ਟੋਟਲ ਹੋ? ਹਾਂਜੀ, ਉਹ ਰਿਟਨ 'ਚ ਤੁਸੀਂ ਲਿਖ ਕੇ ਦਿੱਤੇ? ਰਿਟਰਨ 'ਚ ਲਿਖ ਕੇ ਦੇਤਾ। ਹਾਂਜੀ। ਜੇ ਹੁਣ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਗਲਾ ਸੰਘਰਸ਼ ਤੁਹਾਡਾ ਕੀ ਰਹਿੰਦਾ? ਤਾਂ ਅਸੀਂ ਕੱਲ੍ਹ ਨੂੰ ਜੀ ਫਿਰ ਪੋਸਟਮਾਰਟਮ ਕਰਾ ਕੇ ਬੋਡੀ ਲੈ ਕੇ ਅਸੀਂ ਰੋਡ ਤੇ ਰੱਖ ਕੇ ਬੈਠਾਂਗੇ ਜੀ, ਧਰਨਾ ਦੇਵਾਂਗੇ। ਤੁਸੀਂ ਉਹਨਾਂ ਨੂੰ ਆ ਵੀ ਚੀਜ਼ ਦੱਸੀ ਹੈ ਕਿ ਜਿਹੜੀ ਇਹ ਕਰਾਈ ਉਹਨਾਂ ਨੇ ਜਾਲੀ ਕਰਾਈ ਆ,
ਇਹ ਚੀਜ਼ ਦਿਖਾਈ ਹੈ ਕੋਈ ਉਹ ਤੁਹਾਡੇ ਕਾਗਜ਼ ਪੱਤਰ ਅਸੀਂ ਹਾਂਜੀ ਉਹ ਐਸਐਸਪੀ ਸਾਹਿਬ ਨੂੰ ਸਾਰੀ ਫਾਈਲ 'ਚ ਦੇਤੀ ਹੈ ਜੀ ਨਾਲ ਅਟੈਚ ਕਰਕੇ। ਅੱਛਾ ਜੀ। ਹਾਂਜੀ ਇਹਦੇ 'ਚ ਨਾ 306 ਆਈਪੀਸੀ ਦਾ ਐਫਆਈਆਰ ਨੰਬਰ 88 ਆਲਰੇਡੀ ਮਨਜੀਤ ਸਿੰਘ ਦੇ ਬਿਆਨਾਂ ਤੇ ਸਿਟੀ ਥਾਣੇ 'ਚ ਦਰਜ ਹੈਗੀ ਹੈ। ਜਿਹੜਾ ਇਹਨਾਂ ਦਾ ਪ੍ਰਾਪਰਟੀ ਦਾ ਡਿਸਪਿਊਟ ਸੀ ਉਸ ਵਿੱਚ ਮਨਜੀਤ ਸਿੰਘ ਨੇ ਜਿਹੜਾ ਬਿਆਨ ਲਿਖਾਇਆ ਸੀ ਉਹਦੇ ਬਿਆਨ ਤੇ ਅਸੀਂ ਕੇਸ ਰਜਿਸਟਰ ਕੀਤਾ 302 ਬੰਦਿਆਂ ਦੇ ਖਿਲਾਫ। ਜਿਹੜਾ ਅੱਜ ਇਹ ਜ਼ਰੂਰ ਮੇਰੇ ਕੋਲ ਵੀ ਆਇਆ, ਇਹਨਾਂ ਨੇ ਇੱਕ ਨਵੀਂ ਦਿੱਤੀ ਹੈ ਦਰਖਾਸਤ ਕਿ ਇਹ 'ਚ 12 ਬੰਦੇ ਹੋਰ ਸ਼ਾਮਲ ਕੀਤੇ ਜਾਣ। ਅਸੀਂ ਉਹ ਪੜਤਾਲ ਕਰ ਰਹੇ ਹਾਂ, ਜਿਹੜਾ ਹੈਗਾ ਜੋ ਦਰਖਾਸਤ ਦਿੱਤੀ ਆ ਉਹਦੀ ਇਨਵੈਸਟੀਗੇਸ਼ਨ ਦੌਰਾਨ ਹੀ ਪੜਤਾਲ ਕਰਾਂਗੇ, ਜੋ ਅਸਲੀਅਤ ਹੋਊਗੀ ਉਹ ਕਾਰਵਾਈ ਕੀਤੀ ਹੈ। ਹੋਰ ਵੀ ਹੈਗਾ ਕਹਿੰਦੇ ਕਿ ਜ਼ਮੀਨੀ ਰੋਲ ਲੈ ਕੇ ਇੱਕ ਵਸੀਅਤ ਕੀਤੀ ਸੀ ਪਹਿਲਾਂ, ਫਿਰ ਵਸੀਅਤ ਬਾਅਦ ਕਰਵਾਤੀ ਸੀ ਜਿਹੜਾ ਆਲਰੇਡੀ ਉਹ ਕੋਰਟ 'ਚ ਮੈਟਰ ਚੱਲਦਾ ਪਿਆ। ਇਹਨਾਂ ਦਾ ਪਿਛਲੇ 10-12 ਸਾਲਾਂ ਤੋਂ ਕੋਰਟ 'ਚ ਕੇਸ ਚੱਲ ਰਿਹਾ ਸੀ। ਸਾਡੇ ਕੋਲ ਨਾ ਕਦੀ ਦਰਖਾਸਤ ਦਿੱਤੀ ਇਹਨਾਂ ਨੇ ਮੇਰੇ ਕੋਲ, ਨਾ ਕੀ ਆਈ ਹੈ। ਠੀਕ ਹੈ, ਉਹਨਾਂ ਨੇ ਦੇ ਜਿਹੜਾ ਹਸਬੈਂਡ ਲੇਡੀ ਹੈ ਅਤੇ ਉਹਦੇ ਬੇਟੇ ਨੇ ਸੁਸਾਈਡ ਕੀਤਾ ਸੀ, ਉਹ ਤੋਂ ਹੀ ਕੇਸ ਕੀਤਾ ਸੀ, ਇਹਦੀ ਤਫਤੀਸ਼ ਕਰ ਰਹੇ ਹਾਂ। ਬਿਲਕੁਲ ਸੱਚ। ਜੋਤਿਸ਼ ਇੱਕ ਵਿਦਿਆ, ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕਿ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕਿ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ, ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫਤ ਸੇਵਾ, ਮੁਫਤ ਸਮਾਧਾਨ।